ਸੋ ਜੀ ਹਾਂ ਦੋਸਤੋ, ਮੈਂ ਤੁਹਾਡਾ ਮੇਰੇ ਇਸ ਪੰਜਾਬੀ ਟੈਕ YouTube ਚੈਨਲ ਦੇ ਵਿੱਚ ਸਵਾਗਤ ਕਰਦਾ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਜਿਹੜਾ ਮੋਜ਼ਿਲਾ ਫਾਇਰਫੌਕਸ ਓਪਨ ਕੀਤਾ ਹੋਇਆ ਹੈ। ਸੋ ਆਪਾਂ ਸਾਰਿਆਂ ਤੋਂ ਪਹਿਲਾਂ kotak.com ਦੇ ਉੱਤੇ ਜਾਵਾਂਗੇ ਅਤੇ kotak.com ਦੇ ਵਿੱਚ ਆਪਾਂ ਨੈੱਟ ਬੈਂਕਿੰਗ ਜਿਹੜੀ ਹੈ ਇਹਨਾਂ ਦੇ ਉਸ ਪੋਰਟਲ ਦੇ ਵਿੱਚ ਜਾਵਾਂਗੇ। ਸੋ ਨੈੱਟ ਬੈਂਕਿੰਗ ਦੇ ਕੋਟਕ ਮਹਿੰਦਰਾ ਬੈਂਕ ਦੇ ਫਿਲਹਾਲ 2 ਪੋਰਟਲ ਜਿਹੜੇ ਨੇ ਉਹ ਵਰਕਿੰਗ ਨੇ ਅਤੇ ਮੇਰਾ ਇੰਟਰਨੈਟ ਥੋੜ੍ਹਾ ਜਿਹਾ ਸਲੋ ਵਰਕ ਕਰ ਰਿਹਾ, ਜਿਸ ਦੀ ਵਜ੍ਹਾ ਦੇ ਨਾਲ ਜਿਹੜੀ ਆ ਬਰਾਊਜ਼ਿੰਗ ਹੋਣ ਦੇ ਵਿੱਚ ਥੋੜ੍ਹਾ ਜ਼ਿਆਦਾ ਸਮੇਂ ਲੱਗ ਰਿਹਾ ਹੈ। ਸੋ ਇੱਕ ਵਾਰੀ ਸਪੀਡ ਟੈਸਟ ਕਰ ਲੈਂਦੇ ਹਾਂ ਤਾਂ ਜੋ ਆਪਾਂ ਨੂੰ ਪਤਾ ਚੱਲ ਜਾਏ ਕਿ ਆਪਣੀ ਜਿਹੜੀ ਇਹਦੀ ਸਪੀਡ ਹੈ ਉਹ ਕਿੰਨੀ ਆ ਰਹੀ ਹੈ। ਸੋ ਸਪੀਡ ਟੈਸਟ 'ਤੇ ਕਲਿੱਕ ਕਰਦੇ ਹਾਂ ਅਤੇ ਇਸ ਤੋਂ ਬਾਅਦ ਦੇਖੋ ਬਰਾਊਜ਼ਿੰਗ ਦੇ ਵਿੱਚ ਹੀ ਇੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਸੋ ਦੋਸਤੋ, ਮੇਰਾ ਜਿਹੜਾ ਇੰਟਰਨੈਟ ਕਨੈਕਸ਼ਨ ਆਪਾਂ ਫਾਸਟ 'ਤੇ ਕਨੈਕਟ ਕਰ ਲਿਆ, ਕਿਉਂਕਿ ਮੇਰੇ ਕੋਲ ਜੀਓ ਦਾ ਨੈਟਵਰਕ ਹੈ ਅਤੇ ਜਿਸ ਏਰੀਆ ਦੇ ਵਿੱਚ ਮੈਂ ਰਹਿੰਦਾ ਉਸ ਸਾਈਡ ਦੇ ਵਿੱਚ ਜੀਓ ਦੀ ਦੇਖੋ ਜਿਹੜੀ ਡਾਊਨਲੋਡਿੰਗ ਸਪੀਡ ਆ ਉਹੀ 512 kbps ਹੈ। ਸੋ ਫਲੈਕਚੁਏਟ ਕਰਦੀ ਰਹਿੰਦੀ ਹੈ, ਲੇਕਿਨ ਜ਼ਿਆਦਾਤਰ ਇਹ 1 MB ਤੋਂ ਬਿਲੋ ਅਤੇ 100 KB ਦੇ ਆਸ-ਪਾਸ ਜਾਂ 150 KB ਦੇ ਆਸ-ਪਾਸ ਜਿਹੜੀ ਆ ਰਹਿੰਦੀ ਹੈ, ਜਿਸ ਦੇ ਨਾਲ ਠੀਕ ਠਾਕ ਬਰਾਊਜ਼ਿੰਗ ਹੋ ਜਾਂਦੀ ਹੈ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਹੈ ਨੈੱਟ ਬੈਂਕਿੰਗ ਆ ਕੋਟਕ ਮਹਿੰਦਰਾ ਦਾ, ਉਸਦਾ ਇੱਕ ਪੇਜ ਓਪਨ ਹੋਇਆ। ਸੋ ਮੈਂ ਹੋਮ ਪੇਜ ਦੇ ਉੱਪਰ ਨੈੱਟ ਬੈਂਕਿੰਗ ਦੇ ਉੱਤੇ ਕਲਿੱਕ ਕੀਤਾ ਸੀ, ਜਿਸ ਤੋਂ ਬਾਅਦ ਇਹ ਪੇਜ ਓਪਨ ਹੋ ਗਿਆ। ਸੋ ਇਹ ਪੇਜ ਜਿਹੜਾ ਨਿਊ ਵਿੰਡੋ ਦੇ ਵਿੱਚ ਓਪਨ ਹੋਇਆ ਸੀ ਅਤੇ ਦੇਖੋ ਤੁਸੀਂ ਅਜੇ ਵੀ ਟੈਸਟ ਜਾਰੀ ਹੈ, ਸਪੀਡ ਟੈਸਟ। ਸੋ ਇਸ ਤੋਂ ਬਾਅਦ ਇਹ ਪੋਰਟਲ ਜਿਹੜਾ ਇੱਕ ਨਵੇਂ ਪੇਜ ਦੇ ਵਿੱਚ ਓਪਨ ਹੋਇਆ ਸੀ। ਸੋ ਮੈਂ ਜਿਹੜਾ ਪਿੱਛੇ ਵਾਲਾ ਪੇਜ ਸੀ ਕੋਟਕ ਮਹਿੰਦਰਾ ਬੈਂਕ ਦਾ ਹੋਮ ਪੇਜ, ਉਸ ਨੂੰ ਕਲੋਜ਼ ਕਰ ਦਿੱਤਾ। ਸੋ ਇਸ ਤੋਂ ਬਾਅਦ ਆਪਣੇ ਕੋਲ ਪੋਪਅਪ ਹੈ ਕਿ ਜਿਹੜਾ ਪੋਰਟਲ ਹੈ ਸਿਰਫ 21 ਜਨਵਰੀ ਤੱਕ ਅਵੇਲੇਬਲ ਹੈ। ਸੋ ਇਸ ਤੋਂ ਬਾਅਦ ਵੀ ਜਾਂ ਤਾਂ ਇਸ ਪੋਰਟਲ ਨੂੰ ਬੰਦ ਕਰ ਦੇਣਗੇ ਜਾਂ ਫਿਰ ਇਹ ਜਿਹੜਾ ਪੋਰਟਲ ਹੈ ਇਸ ਨੂੰ ਨਵੇਂ ਪੋਰਟਲ ਦੇ ਨਾਲ ਮਰਜ ਜਿਸ ਤਰ੍ਹਾਂ ਕੀਤਾ ਹੋਇਆ ਸੋ ਉਸ ਤਰ੍ਹਾਂ ਇਸ ਨੂੰ ਐਕਟੀਵੇਟ ਰਹਿਣ ਦੇਣਗੇ। ਸੋ ਇਹ ਪਰਸਨਸ ਦੀ ਮਰਜ਼ੀ ਹੋਏਗੀ। ਹੋ ਸਕਦਾ ਹੈ ਕਿ ਪਰਸਨ ਦੀ ਮਰਜ਼ੀ ਹੋਏ ਕਿ ਉਹ ਕੋਟਕ ਮਹਿੰਦਰਾ ਦੇ ਨਵੇਂ ਪੋਰਟਲ ਨੂੰ ਯੂਜ਼ ਕਰਨਾ ਚਾਹੁੰਦੇ ਹਨ ਕਿ ਪੁਰਾਣੇ ਪੋਰਟਲ ਨੂੰ। ਸੋ ਮੇਰੇ ਹਿਸਾਬ ਦੇ ਨਾਲ ਪੁਰਾਣਾ ਪੋਰਟਲ ਜਿਹੜਾ ਯੂਜ਼ ਕਰਨਾ ਫਿਲਹਾਲ ਜ਼ਿਆਦਾ ਕਨਵੀਨੀਅੰਟ ਹੈ ਐਜ਼ ਕੰਪੇਅਰ ਟੂ ਦ ਨਿਊ ਪੋਰਟਲ। ਸੋ ਮੈਂ ਸਾਰਿਆਂ ਤੋਂ ਪਹਿਲਾਂ ਯੂਜ਼ਰ ਨੇਮ ਦੇ ਨਾਲ ਲੌਗਇਨ ਕਰਾਂਗਾ ਅਤੇ ਮੇਰੇ CRN ਨੰਬਰ ਨਹੀਂ ਪਤਾ, ਸੋ ਮੈਨੂੰ ਯੂਜ਼ਰ ਨੇਮ ਹੀ ਮਾਲੂਮ ਆ। ਸੋ ਮੈਂ ਯੂਜ਼ਰ ਨੇਮ ਅਤੇ ਪਾਸਵਰਡ ਭਰ ਕੇ ਲੌਗਇਨ ਦੇ ਉੱਤੇ ਕਲਿੱਕ ਕਰ ਦਿੱਤਾ। ਸੋ ਐਂਟਰ ਕਰਨ ਤੋਂ ਬਾਅਦ ਦੇਖੋ ਫਿਰ ਵੀ ਆਪਣਾ ਜਿਹੜਾ ਇੰਟਰਨੈਟ ਹੈ ਥੋੜ੍ਹਾ ਜਿਹਾ ਸਲੋ ਵਰਕ ਕਰ ਰਿਹਾ ਹੈ। ਸੋ ਇੱਕ ਵਾਰ ਫਿਰ ਤੋਂ ਕੰਟੀਨਿਊ ਅਤੇ ਸਿਕਿਉਰ ਲੌਗਇਨ 'ਤੇ ਕਲਿੱਕ ਕਰਦੇ ਹਾਂ ਅਤੇ ਕਲਿੱਕ ਕਰਨ ਤੋਂ ਬਾਅਦ ਡੋਂਟ ਸੇਵ। ਦੈਨ ਆਪਣੇ ਕੋਲ ਹਜੇ ਵੀ ਜਿਹੜੀ ਆ ਉਹ ਕੁਝ ਸਾਈਟਸ ਲੋਡ ਕਰ ਰਿਹਾ ਅਤੇ ਜਿਸ ਤੋਂ ਬਾਅਦ ਆਪਾਂ ਨੂੰ ਮਿਲ ਗਿਆ ਕਿ ਜਿਹੜਾ ਪਾਸਵਰਡ ਹੈ ਉਹ ਇਨਕਰੈਕਟ ਹੈ। ਸੋ ਇੱਕ ਵਾਰ ਫਿਰ ਤੋਂ ਰੀਟਰਾਈ ਕਰਾਂਗੇ ਸੇਮ ਡਿਟੇਲਸ ਦੇ ਨਾਲ ਹੀ। ਸੋ ਮੈਂ ਫਿਰ ਤੋਂ ਸੇਮ ਪੇਜ ਦੇ ਵਿੱਚ ਹੀ ਲੌਗਇਨ ਕਰਾਂਗਾ। ਉਸ ਤੋਂ ਬਾਅਦ ਪਾਸਵਰਡ ਅਤੇ ਪਾਸਵਰਡ ਤੋਂ ਬਾਅਦ ਆਪਾਂ ਸਿਕਿਉਰ ਲੌਗਇਨ ਦੇ ਉੱਤੇ ਕਲਿੱਕ ਕਰ ਦਿਆਂਗੇ। ਸੋ ਕਲਿੱਕ ਕਰਨ ਤੋਂ ਬਾਅਦ ਫਿਰ ਤੋਂ ਡੋਂਟ ਸੇਵ ਅਤੇ ਡੋਂਟ ਸੇਵ ਤੋਂ ਬਾਅਦ OTP ਦੀ ਵਾਰੀ ਆਈ ਹੈ। ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਜਿਹੜਾ OTP ਹੈ ਉਹ ਜਾਂ ਤਾਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਪਰ ਡਿਲੀਵਰ ਕੀਤਾ ਜਾਏਗਾ। ਜੇ ਮੋਬਾਈਲ ਨੰਬਰ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਜਿਹੜੀ ਤੁਹਾਡੀ ਰਜਿਸਟਰਡ ਈਮੇਲ ID ਹੋਏਗੀ ਉਸ ਤੋਂ ਵੀ ਤੁਸੀਂ ਇਸ OTP ਨੂੰ ਜਿਹੜਾ ਫਿਲ ਕਰ ਸਕਦੇ ਹੋ। ਸੋ ਜਿਹੜਾ OTP ਹੈ ਉਹ ਹੈ 6921 ਸੋ ਇਹ ਜਿਹੜਾ ਆ OTP ਹੈ। ਸੋ OTP ਆਪਾਂ ਫਿਲ ਕਰਦੇ ਹਾਂ। ਸੋ OTP ਹੈ 6921 ਸੋ ਇਹ OTP ਹੈ। ਸੋ ਇਸ OTP ਨੂੰ ਫਿਲ ਕਰਨ ਤੋਂ ਬਾਅਦ ਆਪਾਂ ਸਿਕਿਉਰ ਲੌਗਇਨ 'ਤੇ ਫਿਰ ਤੋਂ ਕਲਿੱਕ ਕਰਦੇ ਹਾਂ ਅਤੇ ਡੋਂਟ ਸੇਵ ਕਲਿੱਕ ਕਰ ਦਿੰਦੇ ਹਾਂ। ਸੋ ਯਾਦ ਰੱਖੋ ਕਿ ਦੋਸਤੋ, ਤੁਹਾਨੂੰ ਆਪਣੇ ਜਿਹੜਾ ਕੰਪਿਊਟਰ ਹੋਏਗਾ ਜਾਂ ਤੁਸੀਂ ਜਿਸ ਵੀ ਕਿਸੇ ਵੀ ਵਿਅਕਤੀ ਦੇ ਕੰਪਿਊਟਰ ਦੇ ਵਿੱਚ ਆਪਣੀ ਲੌਗਇਨ ਕਰਦੇ ਹੋ ਤਾਂ ਕਦੀ ਵੀ ਤੁਸੀਂ ਸੇਵ ਡਿਟੇਲ ਦੇ ਉੱਤੇ ਕਲਿੱਕ ਨਹੀਂ ਕਰਨਾ। ਇਸ ਦੇ ਨਾਲ ਤੁਹਾਡਾ ਜਿਹੜਾ ਪਾਸਵਰਡ ਵਗੈਰਾ ਹੁੰਦਾ ਉਸ PC ਦੇ ਵਿੱਚ ਸੇਵ ਹੋ ਜਾਂਦਾ ਹੈ ਅਤੇ ਜੇਕਰ ਉਹ ਕੋਈ ਹੋਰ ਵਿਅਕਤੀ ਉਸ PC ਨੂੰ ਐਕਸੈਸ ਕਰਦਾ ਤਾਂ ਤੁਹਾਡੇ ਫਿਰ ਜਿਹੜੇ ਬੈਂਕ ਅਕਾਊਂਟ ਜਾਂ ਤੁਹਾਡੇ ਹੋਰ ਅਕਾਊਂਟਸ ਹੁੰਦੇ ਨੇ, ਸੋਸ਼ਲ ਅਕਾਊਂਟ ਹੁੰਦੇ ਨੇ, ਉਹਨਾਂ ਨੂੰ ਬੜੀ ਆਸਾਨੀ ਦੇ ਨਾਲ ਐਕਸੈਸ ਕਰ ਸਕਦਾ ਹੈ। ਸੋ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲ ਕੁਛ ਇਸ ਤਰ੍ਹਾਂ ਦਾ ਕੋਟਕ ਮਹਿੰਦਰਾ ਬੈਂਕ ਦਾ ਪੁਰਾਣਾ ਪੋਰਟਲ ਦਾ ਇੰਟਰਫੇਸ ਸ਼ੋ ਹੋ ਰਿਹਾ ਹੈ ਅਤੇ ਇਸ ਦੇ ਵਿੱਚ ਆਪਾਂ ਨੂੰ ਤਕਰੀਬਨ ਬਹੁਤ ਸਾਰੇ ਫੀਚਰਸ ਮਿਲ ਜਾਂਦੇ ਨੇ। ਸੋ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਪੇਮੈਂਟ ਟ੍ਰਾਂਸਫਰ ਕਿਸ ਤਰ੍ਹਾਂ ਕਰ ਸਕਦੇ ਹੋ। ਸੋ ਇਸ ਦੀ ਵੀਡੀਓ ਮੇਰੇ ਚੈਨਲ ਦੇ ਉੱਤੇ ਪਈ ਹੋਈ ਹੈ, ਜਿਸ ਦਾ I ਬਟਨ ਵੀ ਤੁਹਾਨੂੰ ਉੱਪਰ ਦਿਖਾਈ ਦੇ ਰਿਹਾ, ਤੁਸੀਂ ਦੇਖ ਸਕਦੇ ਹੋ। ਅਤੇ ਵੀਡੀਓ ਦਾ ਜਿਹੜਾ ਇੱਕ ਛੋਟਾ ਜਿਹਾ
ਤੁਹਾਨੂੰ ਲੈਫਟ ਸਾਈਡ ਦੇ ਉੱਤੇ ਜਾਂ ਰਾਈਟ ਸਾਈਡ ਦੇ ਉੱਤੇ ਇੱਕ ਥੰਬਨੇਲ ਵੀ ਦਿਖਾਈ ਦੇ ਰਿਹਾ ਹੋਵੇਗਾ। ਸੋ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ। ਅਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ, ਹੁਣ ਆਪਣੇ ਕੋਲ ਇੱਕ ਆਪਸ਼ਨ ਆ ਰਿਹਾ ਜਿਸ ਦੇ ਵਿੱਚ ਲਿਖਿਆ ਹੋਇਆ ਕਿ ਯੂਅਰ ਐਨੂਅਲ ਕੰਬਾਈਨ ਸਟੇਟਮੈਂਟ ਆਫ ਫਾਈਨੈਂਸ਼ੀਅਲ ਈਅਰ 19 ਅਤੇ 20 ਦੀ ਅਵੇਲੇਬਲ ਹੋ ਚੁੱਕੀ ਹੈ। ਸੋ ਇਸ ਨੂੰ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ। ਸੋ ਆਪਾਂ ਇਸ ਦੇ ਉੱਤੇ ਕਲਿੱਕ ਕਰਦੇ ਹਾਂ ਅਤੇ ਇਸ ਤੋਂ ਬਾਅਦ ਇਹ ਆਪਾਂ ਨੂੰ ਸਟੇਟਮੈਂਟ ਵਾਲੇ ਪੇਜ ਦੇ ਉੱਤੇ ਲੈ ਜਾਂਦੇ ਨੇ। ਸੋ ਇਸ ਤੋਂ ਬਾਅਦ ਸਟੇਟਮੈਂਟ ਰਜਿਸਟ੍ਰੇਸ਼ਨ ਹੈ। ਇਸ ਦੇ ਨਾਲ ਜਿਹੜੀ ਵੀ ਤੁਸੀਂ ਆਪਣੀ ਈਮੇਲ ਆਈਡੀ ਰਜਿਸਟਰ ਕੀਤੀ ਹੋਏਗੀ, ਤੁਹਾਨੂੰ ਮੰਥਲੀ ਉਸ ਈਮੇਲ ਆਈਡੀ ਦੇ ਉੱਪਰ ਆਟੋਮੈਟਿਕਲੀ ਹੀ ਹਰ ਮਹੀਨੇ ਦੇ ਅੰਤ ਦੇ ਵਿੱਚ ਜਾਂ ਨੈਕਸਟ ਮਹੀਨੇ ਦੀ ਪਹਿਲੀ ਦੂਜੀ ਤਰੀਕ ਤੱਕ ਜਿਹੜੀ ਬੈਂਕ ਦੀ ਸਟੇਟਮੈਂਟ ਹੋਏਗੀ 1 ਮਹੀਨੇ ਦੀ, ਉਹ ਤੁਹਾਨੂੰ ਮਿਲ ਜਾਏਗੀ। ਸੋ ਇਸ ਤੋਂ ਬਾਅਦ ਵਿਊ ਸਟੇਟਮੈਂਟ 'ਤੇ ਕਲਿੱਕ ਕਰਾਂਗੇ ਅਤੇ ਵਿਊ ਸਟੇਟਮੈਂਟ 'ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੂੰ ਪਤਾ ਚੱਲ ਰਿਹਾ ਕਿ ਜਿਹੜੀ ਦਸੰਬਰ ਦੀ ਸਟੇਟਮੈਂਟ ਹੈ ਉਹ ਵੀ ਅਵੇਲੇਬਲ ਹੈ, ਨਵੰਬਰ ਦੀ। ਸੋ ਮੇਰੇ ਕੋਲ ਮੇਰੇ 1 ਈਅਰ ਦੀਆਂ ਮੀਨਸ ਲਾਸਟ ਵਾਲਾ ਜਿਹੜਾ ਈਅਰ ਸੀ 2020 ਦੀ ਸਟੇਟਮੈਂਟ ਮੇਰੇ ਕੋਲ ਅਵੇਲੇਬਲ ਹੈ ਅਤੇ ਉਸ ਤੋਂ ਪਹਿਲਾਂ ਮੇਰੇ ਕੋਲ ਇਹ 2019 ਦੀ ਵੀ ਸਟੇਟਮੈਂਟ ਆਲਮੋਸਟ ਹਾਫ ਈਅਰ ਤੋਂ ਬਾਅਦ ਜ਼ਿਆਦਾ ਮਹੀਨੇ ਦੀ ਅਵੇਲੇਬਲ। ਸੋ ਜਿਹੜੀ ਵੀ ਸਟੇਟਮੈਂਟ ਹੈ ਉਹ ਆਪਾਂ ਆਲਮੋਸਟ 18 ਈਅਰ ਦੀ ਜਿਹੜੀ ਸਟੇਟਮੈਂਟ ਆ ਉਹ ਡਾਊਨਲੋਡ ਕਰ ਸਕਦੇ ਹਾਂ, ਜਿਸ ਦੇ ਵਿੱਚ ਇਨਕਲੂਡਿੰਗ ਆ ਕੰਬਾਈਨ ਸਟੇਟਮੈਂਟ। ਸੋ ਕੰਬਾਈਨ ਸਟੇਟਮੈਂਟ ਉਹ ਹੁੰਦੀ ਹੈ ਜਿਸ ਸਟੇਟਮੈਂਟ ਦੇ ਵਿੱਚ ਤੁਹਾਡਾ ਲਾਸਟ ਵਾਲਾ 1 ਈਅਰ ਦੀ ਫੁੱਲ ਸਟੇਟਮੈਂਟ ਹੁੰਦੀ ਹੈ, ਜਿਸ ਦੇ ਵਿੱਚ 1 ਸਾਲ ਦੇ ਵਿੱਚ ਕਿੰਨੀਆਂ ਟ੍ਰਾਂਜੈਕਸ਼ਨਸ ਕੀਤੀਆਂ ਗਈਆਂ ਨੇ ਉਸ ਦੀ ਜਾਣਕਾਰੀ ਦਿੱਤੀ ਹੋਈ ਹੁੰਦੀ ਹੈ। ਸੋ ਕੰਬਾਈਨ ਸਟੇਟਮੈਂਟ ਆਪਾਂ ਗੱਲ ਕਰਦੇ ਸੀ। ਸੋ ਆਪਾਂ ਕੰਬਾਈਨ ਸਟੇਟਮੈਂਟ ਡਾਊਨਲੋਡ ਕਰਦੇ ਹਾਂ ਅਤੇ ਡਾਊਨਲੋਡ 'ਤੇ ਕਲਿੱਕ ਕਰਨ ਤੋਂ ਬਾਅਦ ਦੇਖੋ ਫਾਈਲ ਡਾਊਨਲੋਡ ਹੋ ਚੁੱਕੀ ਹੈ। ਅਤੇ ਇਸ ਤੋਂ ਬਾਅਦ ਆਪਾਂ ਸਿੰਪਲ ਓਪਨ ਕਰਦੇ ਹਾਂ ਅਤੇ ਤੁਸੀਂ ਲੈਫਟ ਸਾਈਡ 'ਤੇ ਦੇਖ ਸਕਦੇ ਹੋ ਕਿ ਮੇਰਾ ਨਾਮ ਦਿਖਾਈ ਦੇ ਰਿਹਾ ਅਤੇ ਰਾਈਟ ਸਾਈਡ ਦੇ ਵਿੱਚ ਪੀਰੀਅਡ ਦਿਖਾਈ ਦੇ ਰਿਹਾ ਅਤੇ ਬ੍ਰਾਂਚ ਦਿਖਾਈ ਦੇ ਰਹੀ ਹੈ ਅਤੇ ਨੋਮਨੀ ਰਜਿਸਟਰ ਕੀਤਾ। ਸੋ ਬੇਸਿਕ ਇਨਫੋਰਮੇਸ਼ਨ ਦੇ ਰਹੀ ਹੈ ਅਤੇ ਲੈਫਟ ਸਾਈਡ ਦੇ ਵਿੱਚ ਮੇਰੀ ਅਕਾਊਂਟ ਡਿਟੇਲ ਅਤੇ ਮੇਰਾ CRN ਨੰਬਰ ਹੈ। ਅਤੇ ਇਸ ਤੋਂ ਬਾਅਦ ਨੀਚੇ ਆਪਾਂ ਨੇ ਦੁਆਰਾ ਕੀਤੀਆਂ ਗਈਆਂ ਟ੍ਰਾਂਜੈਕਸ਼ਨਸ ਨੇ, ਜਿਹੜੀਆਂ ਟ੍ਰਾਂਜੈਕਸ਼ਨਸ 1 ਅਪ੍ਰੈਲ 2019 ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੀਰੀਅਡ ਹੈ 1 ਅਪ੍ਰੈਲ 2019 ਤੋਂ ਲੈ ਕੇ 31 ਮਾਰਚ 2020 ਤੱਕ ਦਾ ਹੈ। ਸੋ ਜਿਹੜੀ 2021 ਵਾਲੀ ਹੋਏਗੀ ਉਹ 31 ਮਾਰਚ 2021 ਤੋਂ ਬਾਅਦ ਸਟੇਟਮੈਂਟ ਜਾਰੀ ਹੋਏਗੀ। ਸੋ ਪਹਿਲਾਂ ਸਿਰਫ ਆਪਣੇ ਕੋਲ 20 ਵਾਲੀ ਹੀ ਸਟੇਟਮੈਂਟ ਇਸ਼ੂ ਹੋਈ ਹੈ। ਸੋ ਇਸ ਦੇ ਵਿੱਚ ਮੇਰੇ ਦੁਆਰਾ 1 ਸਾਲ ਦੇ ਵਿੱਚ ਕੀਤੀਆਂ ਗਈਆਂ ਸਾਰੀਆਂ ਟ੍ਰਾਂਜੈਕਸ਼ਨਸ ਦੀ ਇਨਫੋਰਮੇਸ਼ਨ ਹੈ। ਸੋ ਇਸ ਤੋਂ ਬਾਅਦ ਨੀਚੇ ਆਪਣੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਸਮਰੀ ਕਿ ਜਿਹੜੀ ਸਟਾਰਟਿੰਗ ਦੇ ਵਿੱਚ ਕਿੰਨਾ ਬੈਲੈਂਸ ਸੀ ਅਤੇ 31 ਮਾਰਚ 2020 ਨੂੰ ਅਕਾਊਂਟ ਦੇ ਵਿੱਚ ਕਿੰਨਾ ਬੈਲੈਂਸ ਸੀ ਅਤੇ ਇਸ ਤੋਂ ਬਾਅਦ ਦੱਸਿਆ ਗਿਆ ਕਿ 1 ਈਅਰ ਦੇ ਵਿੱਚ ਮੈਂ ਕਿੰਨੀ ਅਮਾਊਂਟ ਜਿਹੜੀ ਹੈ ਡਿਪੋਜ਼ਿਟ ਕਰਾਈ ਹੈ ਅਤੇ ਕਿੰਨੀ ਅਮਾਊਂਟ ਜਿਹੜੀ ਹੈ ਮੈਂ ਵਿਡਰਾਲ ਕਰਵਾਈ ਹੈ। ਸੋ ਇਸ ਤੋਂ ਬਾਅਦ ਉਹ ਨੀਚੇ ਸਕਰੋਲ ਕਰਦੇ ਹਾਂ ਅਤੇ ਨੀਚੇ ਸਕਰੋਲ ਕਰਨ ਤੋਂ ਬਾਅਦ ਆਪਾਂ ਨੂੰ ਇੱਕ ਬੈਲੈਂਸ ਸਰਟੀਫਿਕੇਟ ਮਿਲ ਜਾਂਦਾ ਹੈ ਅਤੇ ਜਿਸ ਬੈਲੈਂਸ ਸਰਟੀਫਿਕੇਟ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜੀ 31 ਮਾਰਚ 2020 ਹੈ ਇਸ ਦੇ ਵਿੱਚ ਕਿੰਨੀ ਅਮਾਊਂਟ ਸਾਡੇ ਅਕਾਊਂਟ ਦੇ ਵਿੱਚ ਜਿਹੜੀ ਅਵੇਲੇਬਲ ਸੀਗੀ। ਸੋ ਇਸ ਦਾ ਬੈਲੈਂਸ ਸਰਟੀਫਿਕੇਟ ਮਿਲ ਗਿਆ। ਸੋ ਆਪਾਂ ਨੂੰ ਬੈਲੈਂਸ ਸਰਟੀਫਿਕੇਟ ਦੇ ਲਈ ਵੀ ਬੈਂਕ ਦੇ ਵਿੱਚ ਜਾਣ ਦੀ ਜਾਂ ਰਿਕੁਐਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸੋ ਇਸ ਤੋਂ ਬਾਅਦ ਨੀਚੇ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਇੰਟਰਸਟ ਸਰਟੀਫਿਕੇਟ। ਸੋ ਇਹ ਇੰਟਰਸਟ ਸਰਟੀਫਿਕੇਟ ਜਿਹੜਾ ਹੈ ਸੋ ਇਸ ਦੀ ਵਰਤੋਂ ਆਪਾਂ ਜਿਹੜਾ ਇਨਕਮ ਟੈਕਸ ਰਿਟਰਨ ਹੈ ਉਸ ਨੂੰ ਭਰਨ ਦੇ ਲਈ ਇਸਤੇਮਾਲ ਕਰ ਸਕਦੇ ਹਾਂ ਅਤੇ ਜੇਕਰ ਆਪਾਂ ਕਿਸੇ ਹੋਰ ਵੀ ਜਗ੍ਹਾ 'ਤੇ ਇਸ ਸਰਟੀਫਿਕੇਟ ਦੀ ਜ਼ਰੂਰਤ ਹੋਵੇ ਤਾਂ ਆਪਾਂ ਉਸ ਜਗ੍ਹਾ 'ਤੇ ਵੀ ਇਸ ਸਰਟੀਫਿਕੇਟ ਨੂੰ ਦਿਖਾ ਸਕਦੇ ਹਾਂ। ਸੋ ਇਸ ਤੋਂ ਬਾਅਦ ਇੰਟਰਸਟ ਸਰਟੀਫਿਕੇਟ ਦੇ ਉੱਤੇ ਵੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਅਤੇ ਜਿਸ ਦੇ ਨਾਲ ਆਪਾਂ ਨੂੰ ਨੋਮਨੀ ਦੀ ਇਨਫੋਰਮੇਸ਼ਨ ਵੀ ਅਵੇਲੇਬਲ ਹੋ ਜਾਂਦੀ ਹੈ। ਸੋ ਇਸ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਗੱਲਬਾਤ ਆ ਰਹੀ ਹੈ ਕਿ ਨੀਚੇ ਸਕਰੋਲ ਕਰਦੇ ਹਾਂ ਤਾਂ ਜਿਹੜੇ ਲਿਖਿਆ ਹੋਇਆ ਹੈ ਸੋ ਇਸ ਨੂੰ ਜਿਹੜੀ ਆ ਕੋਈ ਸਿਗਨੇਚਰ ਔਰ ਸਟੈਂਪ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਿਜੀਟਲ ਸਿਗਨੇਚਰ ਕੀਤਾ ਹੋਇਆ ਹੈ। ਸੋ ਇਹ ਸਿਗਨੇਚਰ ਜਿਹੜਾ ਹੈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅਤੇ ਸਟੇਟਮੈਂਟ ਦੀ ਵਰਤੋਂ ਆਪਾਂ ਕਿਸੇ ਵੀ ਅਫੀਸ਼ੀਅਲ ਤੌਰ ਦੇ ਉੱਤੇ ਦੇਣ ਦੇ ਲਈ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਦੋਸਤੋ ਇਸ ਤੋਂ ਬਾਅਦ ਆਪਣੇ ਕੋਲ ਮੰਥਲੀ ਸਟੇਟਮੈਂਟ ਵੀ ਆਉਂਦੀ ਹੈ। ਸੋ ਮੈਂ ਲਾਸਟ ਮੰਥ ਦੀ ਸਟੇਟਮੈਂਟ ਹੀ ਡਾਊਨਲੋਡ ਕਰ ਲੈਂਦਾ ਦਸੰਬਰ ਦੀ। ਸੋ ਇਸ ਤੋਂ ਬਾਅਦ ਆਪਾਂ ਵਿਊ ਸਟੇਟਮੈਂਟ 'ਤੇ ਫਿਰ ਤੋਂ ਕਲਿੱਕ ਕਰਾਂਗੇ। ਸੋ ਇਹ ਮੰਥਲੀ ਸਟੇਟਮੈਂਟ ਹੈ। ਸੋ ਕੁਛ ਮੰਥਲੀ ਸਟੇਟਮੈਂਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਅਤੇ ਜਿਸ ਦੇ ਵਿੱਚ 4 ਪੇਜ ਨੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ਤੁਹਾਡਾ ਜਿਹੜੇ ਆ ਇਹ ਤੁਸੀਂ ਜਿਹੜਾ ਡਿਪੋਜ਼ਿਟ ਕੀਤੇ ਹੋਏ ਫੰਡ ਕਿੰਨੇ ਨੇ ਅਤੇ ਲਿਕੁਇਡ ਫੰਡ ਕਿੰਨਾ ਹੈ ਤੁਹਾਡੇ ਕੋਲ। ਇਸ ਤੋਂ ਬਾਅਦ ਨੀਚੇ ਸਕਰੋਲ ਕਰੋਗੇ ਤਾਂ ਫਿਰ ਤੋਂ ਟ੍ਰਾਂਜੈਕਸ਼ਨ ਦਿਖਾਈ ਦੇ ਰਹੀਆਂ ਨੇ ਅਤੇ ਇਸ ਤੋਂ ਬਾਅਦ ਨੀਚੇ ਦੱਸਿਆ ਗਿਆ ਹੈ ਕਿ ਤੁਹਾਡੇ ਕੋਲ ਜੇ ਕੋਈ FD ਹੈ ਤਾਂ FD ਦੀ ਇਨਫੋਰਮੇਸ਼ਨ ਅਤੇ ਇਸ ਤੋਂ ਬਾਅਦ ਜੇ ਕੋਈ ਟੈਕਸ ਜਿਹੜਾ ਹੈ ਕੱਟਿਆ ਗਿਆ ਹੋਵੇ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਦੇ ਵਿੱਚ, ਸੋ ਉਸ ਦੀ ਇਨਫੋਰਮੇਸ਼ਨ ਇਸ ਜਗ੍ਹਾ ਦੇ ਉੱਤੇ
ਦਿੱਤੀ ਜਾਂਦੀ ਹੈ। ਸੋ ਅਤੇ ਇਸ ਦੇ ਲਾਸਟ ਦੇ ਵਿੱਚ ਜਿਹੜਾ ਹੈ ਸਿਗਨੇਚਰ ਕੀਤਾ, ਡਿਜੀਟਲ ਸਿਗਨੇਚਰ ਕੀਤਾ ਹੋਇਆ ਹੁੰਦਾ ਹੈ। ਸੋ ਇਸ ਸਟੇਟਮੈਂਟ ਨੂੰ ਵੀ ਆਪਾਂ ਐਜ਼ ਇਟ ਇਜ਼ ਯੂਜ਼ ਕਰ ਸਕਦੇ ਹਾਂ, ਸਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸੋ ਇਸ ਤੋਂ ਬਾਅਦ ਆਪਾਂ ਫਿਰ ਤੋਂ ਹੋਮ ਪੇਜ 'ਤੇ ਜਾਂਦੇ ਹਾਂ ਅਤੇ ਹੋਮ ਪੇਜ 'ਤੇ ਜਾਣ ਤੋਂ ਬਾਅਦ ਦੇਖੋ ਆਪਣੇ ਕੋਲ ਐਸੈਟਸ ਦੇ ਵਿੱਚ 92 ਰੁਪਏ ਦਿਖਾਈ ਦੇ ਰਹੇ ਨੇ। ਸੋ ਇਹ ਮੇਰੀ ਜਿਹੜੀ ਆ 992 ਰੁਪਏ ਜਿਹੜੇ ਨੇ ਮੇਰੇ ਸੇਵਿੰਗ ਅਕਾਊਂਟ ਦੇ ਵਿੱਚ ਪਏ ਹੋਏ ਨੇ ਅਤੇ 20,000 ਦੀ ਜਿਹੜੀ ਹੈ ਉਹ ਮੈਂ FD ਕਰਵਾਈ ਹੋਈ ਹੈ। ਸੋ ਇਸ ਤੋਂ ਬਾਅਦ ਨੀਚੇ ਆਪਣੇ ਕੋਲ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਹੋ ਰਹੀ ਹੈ। ਸੋ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਦੇ ਵਿੱਚ ਜਿਹੜੀ ਮੇਰੀ ਕ੍ਰੈਡਿਟ ਕਾਰਡ ਦੀ ਲਾਇਬਿਲਿਟੀ ਹੈ ਸੋ ਉਹ ਸ਼ੋ ਹੋ ਰਹੀ ਸੀ, ਲੇਕਿਨ ਮੇਰੇ ਕੋਲ ਕੋਈ ਵੀ ਕ੍ਰੈਡਿਟ ਕਾਰਡ ਦੀ ਲਾਇਬਿਲਿਟੀ ਨਹੀਂ ਗੀ ਕਿਉਂਕਿ ਮੇਰੇ ਜਿਹੜੇ ਕ੍ਰੈਡਿਟ ਕਾਰਡ ਦੇ ਪੈਸੇ ਨੇ ਉਹ ਓਵਰਡਿਊ ਹੋ ਚੁੱਕੇ ਨੇ। ਸੋ ਇਸੇ ਵੀਡੀਓ ਦੇ ਵਿੱਚ ਮੈਂ ਉਹ ਵੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗਾ ਕਿ ਮੇਰਾ ਜਿਹੜੇ ਕ੍ਰੈਡਿਟ ਕਾਰਡ ਦੇ ਵਿੱਚ ਜਿਹੜੀ ਮੇਰੀ ਅਮਾਊਂਟ ਆ ਉਸ ਤੋਂ ਮੈਂ ਜ਼ਿਆਦਾ ਪੈਸੇ ਭਰ ਚੁੱਕਾ ਹਾਂ ਅਤੇ ਹੁਣ ਮੇਰੀ ਉਹ ਕਿਸ ਤਰ੍ਹਾਂ ਦੀ ਸਟੇਟਮੈਂਟ ਸ਼ੋ ਹੁੰਦੀ ਹੈ, ਕਿਉਂਕਿ ਜਿਸ ਟਾਈਮ ਮੈਂ ਪੇਮੈਂਟ ਕੀਤੀ ਸੀ ਉਸ ਟਾਈਮ ਮੈਂ ਇੱਕ 28,000 ਦੀ ਪੇਮੈਂਟ ਕੀਤੀ ਸੀ ਅਤੇ ਇੱਕ 11,000 ਦੀ ਕੀਤੀ ਸੀ। ਸੋ ਉਹ ਪੇਮੈਂਟਾਂ ਮੈਨੂੰ ਹੁਣ ਵਾਪਸ ਆ ਗਈਆਂ। ਹੁਣ ਮੇਰਾ ਜਿਹੜਾ ਕ੍ਰੈਡਿਟ ਕਾਰਡ ਹੈ ਉਸ ਕਾਰਡ ਦੇ ਵਿੱਚ ਤਕਰੀਬਨ ਤੁਸੀਂ ਹਿਸਾਬ ਕਿਤਾਬ ਲਗਾ ਸਕਦੇ ਹੋ ਕਿ 20,000 ਤੋਂ ਉੱਪਰ 30,000 ਰੁਪਏ ਜਿਹੜੇ ਨੇ ਉਹ ਪਏ ਹੋਏ ਨੇ। ਇੱਥੇ ਹੀ ਮੈਂ ਵੀਡੀਓ ਨੂੰ ਸਮਾਪਤ ਕਰਨਾ ਚਾਹੁੰਦਾ ਅਤੇ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ। ਧੰਨਵਾਦ।